ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 29 ਅਗਸਤ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਕਾਊਂਟਡਾਊਨ 92 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ ਵਿੱਚ। ਅੱਜ ਦੀਆਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਉਸ ਤੋਂ ਪਹਿਲੀ ਖਬਰ ਪੰਜਾਬ ਤੋਂ ਹੈ। ਵੈਸੇ ਤੇ ਸਲਾਬ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਲੇਕਿਨ ਜਿਹੜੀ ਪੰਜਾਬ ਤੋਂ ਪਹਿਲੀ ਖਬਰ ਆਈ ਉਹਨੇ ਸਾਨੂੰ ਹੈਰਾਨ ਕਰ ਛੱਡਿਆ। ਤੁਸੀਂ ਵੀ ਹੈਰਾਨ ਹੋ ਜਾਓਗੇ। ਮਰੀਮ ਨਵਾਜ਼ ਸਾਹਿਬਾ ਨੇ ਨਵਾਂ ਹੁਕਮ ਦਿੱਤਾ ਹੈ ਵੀ ਹੁਣ ਗੱਡੀ ਵੀ ਹੈਲਮਟ ਪਾ ਕੇ ਚਲਾਉਣੀ ਹੈ। ਆਹੋ, ਪੁਲਿਸ ਬੰਦਿਆਂ ਨੂੰ ਫੜ ਰਹੀ ਹੈ, ਚਲਾਨ ਤੇ ਚਲਾਨ ਠੋਕ ਰਹੀ ਹੈ। ਜਿਹੜੇ ਗੱਡੀਆਂ 'ਚ ਨੇ ਉਹਨਾਂ ਨੂੰ ਵੀ ਕੱਢ ਕੇ ਆਉਂਦੇ ਨੇ ਵੀ ਤੂੰ ਹੈਲਮਟ ਕਿਉਂ ਨਹੀਂ ਪਾਇਆ। ਤੁਹਾਨੂੰ ਯਕੀਨ ਨਹੀਂ ਆ ਰਿਹਾ ਹੋਏਗਾ, ਇਹ ਜ਼ਰਾ ਵੀਡੀਓ ਵੇਖੋ। ਪਾਸਿੰਗ रूट हर चीज़ मेरी क्लीयर है, लाइसेंस मेरा बनया हुआ है, लेकिन इसके बावजूद उन्होंने मेरे को 1000 रुपये का मुतालबा किया है। तो कहा कि मेरे को पैसे नहीं है, तो उन्होंने कहा कि पैसे अगर नहीं आए तेरा 2000 का चलान होएगा। मैं कहा सर मेरी कोई वायलेशन दस दिओ, कोई गलती दस दिओ, इन्होंने तुम मेरा चलान करना है। मैं गड्डी दस्तरखान की 1300 नंबर है, आप चेक कर सकते हो। इस तरह मैं गड्डी ਦੇ ਵਿੱਚ ਬਹਿ ਕੇ ਹੈਲਮਟ ਕਿਵੇਂ ਪਾਇਆ ਜਾ ਸਕਦਾ ਹੈ। ਰਾਈਡਿੰਗ ਵਿਦਆਊਟ ਹੈਲਮਟ ਦਾ 2000 ਰੁਪਏ ਦਾ ਉਹਨਾਂ ਨੇ ਮੈਨੂੰ ਚਲਾਨ ਕੀਤਾ ਸੀ। ਠੀਕ ਹੈ, ਚਲਾ ਮੈਂ ਗੱਡੀ ਰਿਹਾ ਜੀ। ਵੇਖ ਲਈ ਜੇ, ਮੁੰਡਾ ਦੱਸਣ ਡਿਆ ਵੀ ਮੈਂ ਦਸਤਰਖਾਨ ਦੀ ਗੱਡੀ ਹੈ, ਇਹ ਮੇਰਾ ਨੰਬਰ ਹੈ, ਇਹ ਮੇਰੇ ਕੋਲ ਸਾਰੇ ਡਾਕੂਮੈਂਟ ਪੂਰੇ ਨੇ, ਮੈਨੂੰ ਡੱਕਿਆ ਗਿਆ ਤੇ ਇਹ ਚਲਾਨ ਵੀ ਵਿਖਾ ਰਿਹਾ, ਗੱਡੀ ਦਾ ਨੰਬਰ ਵੀ ਵਿਖਾ ਰਿਹਾ। ਹੁੰਦਾ ਮੈਂ ਗੱਡੀ 'ਚ ਬੈਠਾ ਹਾਂ ਤੇ ਮੈਨੂੰ ਆਉਂਦੇ ਨੇ ਹੈਲਮਟ ਨਹੀਂ ਤੂੰ ਪਾਇਆ, ਹੈਲਮਟ ਪਾ ਕੇ ਗੱਡੀ ਚਲਾਓ। ਆਉਂਦਾ ਮੈਂ ਗੱਡੀ ਦੇ ਵਿੱਚ ਬਹਿ ਕੇ ਹੈਲਮਟ ਕਿਵੇਂ ਪਾਵਾਂ। ਇਹ ਤੇ ਚੰਨ ਮੇਰੇ, ਹੁਣ ਤੈਨੂੰ ਵੀ ਨਹੀਂ ਪਤਾ ਵੀ ਕਿਵੇਂ ਪਾਵਾਂ। ਇਹ ਜਿਸ ਵੇਲੇ ਇੱਕ ਮੈਟ੍ਰਿਕ ਪਾਸ ਔਰ ਬੂਟੀ ਸ਼ੂਟੀ ਲਾ ਕੇ ਪਾਸ ਕੀਤੀ ਹੋਈ FSC ਵਾਲੀ ਬੱਚੀ ਜਿਹੜੀ ਹੈ ਭੈਣ ਸਾਡੀ, ਉਹਨਾਂ ਨੂੰ ਚੀਫ ਮਿਨਿਸਟਰ ਲਾਇਆ ਜਾਏਗਾ ਤੇ ਉਹ ਤਾਂ ਫਿਰ ਆਖੇਗੀ ਵੀ ਉਹ ਤੇ ਫਿਰ ਭਾਵੇਂ ਪੈਰਾਂ ਨਾਲ ਤਬਲੇ ਵਜਵਾਏ ਲੋਕਾਂ ਕੋਲੋਂ, ਉਹਨਾਂ ਦੀ ਮਰਜ਼ੀ, ਜੋ ਦਿਲ ਕਰਦਾ ਉਹਨਾਂ ਦਾ ਉਹ ਕਰਨ। ਇਸ ਲਈ ਮਰੀਮ ਨਵਾਜ਼ ਸਾਹਿਬਾ ਨੇ ਤੇ ਇਹ ਐਲਾਨ ਕਰ ਛੱਡਿਆ ਕਿ ਹਰ ਸੂਰਤ ਜਿਹੜਾ ਹੈ ਉਹ ਹੁਣ ਤੁਸੀਂ ਹੈਲਮਟ ਪਾਉਣੇ ਨੇ। ਇਹ ਜਿਹੜਾ ਚਲਾਨ ਹੋਇਆ ਉਸ ਹਿਸਾਬ ਨਾਲ, ਜ਼ਾਹਿਰ ਉਹਨਾਂ ਐਲਾਨ ਤਾਂ ਨਹੀਂ ਕੀਤਾ, ਲੇਕਿਨ ਥੱਲੇ ਉਹਨਾਂ ਦੀ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵਿਜ਼ਨ ਦੇ ਮੁਤਾਬਕ ਮਾਮਲਾਤ ਨੂੰ ਜਿਹੜਾ ਉਹ ਇੰਪਲੀਮੈਂਟ ਕਰੀ ਜਾ ਰਹੇ ਨੇ ਤੇ ਠੋਕੀ ਜਾ ਰਹੇ ਨੇ। ਅੱਛਾ ਜੀ, ਅੱਗੇ ਤੁਹਾਨੂੰ ਜਿਹੜੀ ਖਬਰ ਦੇਣੀ ਉਹ ਅਦੀਲ ਰਾਜਾ ਸਾਹਿਬ ਨੇ ਦੱਸਿਆ ਸਾਨੂੰ। ਅਦੀਲ ਰਾਜਾ ਵੀ ਬੜੀ ਭਖਵੀਆਂ ਖਬਰਾਂ ਕਰਦੇ ਨੇ ਤੇ ਗੂੜੀਆਂ ਖਬਰਾਂ ਕਰਦੇ ਨੇ। ਅਰਸ਼ਦ ਸ਼ਰੀਫ ਸਾਹਿਬ ਦੇ ਪ੍ਰੋਡਿਊਸਰ ਰਹੇ ਨੇ ਤੇ ਇਹਨਾਂ ਨੇ ਖਬਰ ਇਹ ਕੀਤੀ ਹੈ ਕਿ ਮਰੀਮ ਨਵਾਜ਼ ਸਾਹਿਬਾ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੀਆਂ ਰੈਸਕਿਊ ਦੀਆਂ ਜਿਹੜੀਆਂ ਬੋਟਸ ਨੇ ਨਾ, ਕਸ਼ਤੀਆਂ ਨੇ ਜਿਹੜੀਆਂ, ਉਹਨਾਂ ਦੇ ਇੰਜਣ ਸ਼ਿੰਜਣ ਸਾਫ਼ ਕਰਨੇ ਨੇ, ਦੁਬਾਰਾ ਇੰਜਣ ਓਵਰਹਾਲ ਕਰਨੇ ਨੇ। ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਨੇ। ਉੱਥੇ ਜਾ ਕੇ ਪਾਣੀ ਜਿੱਥੇ ਉਹ ਗਏ ਨੇ ਨਾ, ਅੱਧਾ ਕੁ ਪਾਣੀ ਸੀ, ਉੱਥੇ ਬੰਦਾ 3-3 ਫੁੱਟ ਪਾਣੀ ਸੀ, ਨਾਲ ਕਸ਼ਤੀਆਂ ਦੇ ਬੰਦੇ ਭੱਜਣ ਵੀ ਰਹੇ ਸਨ ਪਾਣੀ ਦੇ ਵਿੱਚ। ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਪਾਣੀ ਹੋਵੇ। ਹੁਣ ਤੁਸੀਂ ਸੋਚਦੇ ਹੋਗੇ ਕਸ਼ਤੀਆਂ ਫਿਰ ਚੱਲਣ ਕਿਵੇਂ ਡਈਆਂ ਸਨ। ਇਹ ਜਿਹੜੀਆਂ ਰਬਰ ਦੀਆਂ ਕਸ਼ਤੀਆਂ ਨਾ, ਇਹ 1.5 ਫੁੱਟ ਪਾਣੀ ਹੋਵੇ ਤਾਂ ਉਹਦੇ ਉੱਤੇ ਵੀ ਤੈਰ ਲੈਂਦੀਆਂ ਨੇ। ਇਹਨਾਂ ਦੇ ਮਾਮਲਾ ਤੋਂ ਹਵਾ ਹੁੰਦੀ ਨਾ ਉਹਨਾਂ ਦੇ ਵਿੱਚ ਬੜੀ ਸਾਰੀ, ਇਹ ਕੋਈ ਲੱਕੜ ਦੀਆਂ ਕਸ਼ਤੀਆਂ ਤਾਂ ਹੈ ਨਹੀਂ। ਤੇ ਬਹਰਹਾਲ ਉਹ 1.5 ਫੁੱਟ ਪਾਣੀ ਸੀ ਅਤੇ ਉੱਥੇ ਜਾਂ 2 ਫੁੱਟ ਹੋਏਗਾ, 2.5 ਫੁੱਟ ਹੋਏਗਾ, ਉੱਥੇ ਬਾਜੀ ਨੇ ਜਾ ਕੇ, ਬਾਜੀ ਨੂੰ ਫਿਕਰ ਇਹ ਸੀ ਕਿ ਕਿਤੇ ਡੁੱਬ ਡੱਬ ਨਾ ਜਾਵਾਂ। ਤੇ ਉਹ ਆਂਦੇ ਨਾ ਪੰਜਾਬੀ 'ਚ ਡੁੱਬ ਜਾਣੀ ਹੈ, ਤੇ ਉਹ ਬਾਜੀ ਨੂੰ ਇਹ ਤਾਂ ਪਤਾ ਹੈ ਵੀ ਬੜਿਆਂ ਸਾਰਿਆਂ ਨੇ ਬਾਜੀ ਨੂੰ ਡੁੱਬ ਜਾਣੀ ਹੈ ਆਖਿਆ, ਤੇ ਬਾਜੀ ਕਿਤੇ ਵਾਕਈ ਡੁੱਬ ਹੀ ਨਾ ਜਾਏ, ਕਿਤੇ ਪਾਸ ਅਫਸਰ ਦੀ ਨਾ ਬਦਦੁਆ ਲੱਗ ਜਾਏ। ਅਤੇ ਇਸ ਸੂਰਤ ਹਾਲ 'ਚ ਬਾਜੀ ਨੇ ਬਿਲਕੁਲ ਰਿਸਕ ਨਹੀਂ ਲਿਆ ਔਰ ਬਾਜੀ ਨੇ ਬਲਕਿ ਉਹ ਜਿਹੜੀ ਬਾਜੀ ਅਜ਼ਮਾ ਬੁਖਾਰੀ ਹੈ, ਉਹ ਬਾਜੀ ਜਿਹੜੀ ਗਾਲਾਂ ਕੱਢਣ ਵਾਲੀ ਹੈ, ਉਹਨੂੰ ਵੀ ਬਾਜੀ ਨੇ ਨਾਲ ਨਿਭਾਇਆ। ਖੈਰ ਉਹ ਸ਼ਰਮਿੰਦਾ ਬੜੀ ਜੇ ਹੁਣ ਜਿਹੜੀ ਅਜ਼ਮਾ ਬੁਖਾਰੀ ਹੈ, ਉਹਨੇ ਜਦੋਂ ਦੀਆਂ ਸਾਰਿਆਂ ਦੀਆਂ ਮਾਵਾਂ ਨੰਗੀਆਂ ਕੀਤੀਆਂ ਨੇ ਤੇ ਲੋਕਾਂ ਤੋਂ ਇਹ ਲਾਨਤ ਅੱਗੋਂ ਕੀਤੀ ਹੈ ਵੀ ਮਾਵਾਂ ਤੇ ਬੀਬੀ ਚਲੀ ਗਈਆਂ, ਉਹ ਵੀ ਮਾਵਾਂ ਦੇ ਕੱਪੜੇ ਹੀ ਲਾ ਛੱਡੇ ਨੇ। ਕੋਈ ਥੋੜ੍ਹਾ ਜਿਹਾ ਖਿਆਲ ਕਰ, ਆਪ ਤਾਂ ਇੱਥੇ ਚੁੰਨੀ ਘੁੱਟ ਕੇ ਲੈਣੀ ਹੈ ਭੈਣ ਮੇਰੀ, ਉੱਥੇ ਜਿਸ ਵੇਲੇ ਜਾਪਾਨ ਜਾਣੀ ਹੈ ਤੇ ਚੁੰਨੀਆਂ ਲੱਥ ਜਾਂਦੀਆਂ ਨੇ। ਤੇ ਚਲੋ ਉਹ ਵੀ ਤੁਹਾਡੀ ਮਰਜ਼ੀ ਹੈ, ਤੁਸੀਂ ਸਾਡੇ ਲਈ ਤਾਂ ਮੁਹਤਰਮ ਹੋ, ਲੇਕਿਨ ਲੋਕਾਂ ਦੀਆਂ ਮਾਵਾਂ ਦੇ ਲੀੜੇ ਹੀ ਲਾ ਛੱਡੇ ਨੇ, ਕੱਪੜੇ ਹੀ ਲਾ ਛੱਡੇ ਨੇ। ਬਹਰਹਾਲ ਹੁੰਦੀ ਨਹੀਂ ਸ਼ਰਮਿੰਦਾ ਇਹ ਭੈਣ ਸਾਡੀ ਜਿਹੜੀ ਹੈ, ਬਿਜ਼ਤੀ ਪ੍ਰੂਫ ਬੜੀ ਹੈ, ਲੇਕਿਨ ਹੁਣ ਥੋੜ੍ਹੀ ਜਿਹੀ ਸ਼ਰਮਿੰਦਾ ਕਿਉਂਕਿ ਉਹ ਕਈ ਵਾਰੀ ਪਿੰਡਾਂ 'ਚ ਇਹੋ ਜਿਹੀਆਂ ਝੋਟੀਆਂ ਮੱਝਾਂ ਹੁੰਦੀਆਂ ਨੇ ਜਿਹੜੀਆਂ ਹਰ ਥਾਂ 'ਤੇ ਸਿਰ ਦੇਈ ਜਾਂਦੇ, ਫਿਰ ਕਈ ਵਾਰੀ ਉਹ ਜ਼ਿਮੀਂਦਾਰ ਕਰਦੇ ਤੇ ਮਾੜਾ ਹੀ ਨੇ, ਪਰ ਮੂੰਹ 'ਤੇ ਮਾਰਦੇ ਨੇ, ਉਹ ਮੂੰਹ 'ਤੇ ਮਾਰਨ ਤੇ ਫਿਰ ਮੁੜਦੀਆਂ ਨੇ। ਤੇ ਇਹ ਭੈਣ ਸਾਡੀ ਜਿਹੜੀ, ਇਹਦੀ ਵੀ ਇੰਨੀ ਕੁ ਬਿਜ਼ਤੀ ਹੁਣ ਲੋਕਾਂ ਕਰ ਛੱਡੀ ਹੈ ਸੋਸ਼ਲ ਮੀਡੀਆ 'ਤੇ ਪਿਛਲੇ 2 ਦਿਨ। ਯਕੀਨ ਕਰੋ ਵੀ ਹੁਣ ਮੁੜੀ ਹੈ, ਥੋੜ੍ਹਾ ਜਿਹਾ ਮੋੜ ਪਾਇਆ, ਪਤਾ ਲੱਗਾ ਹੈ ਵੀ ਅੱਗੋਂ ਲੋਕਾਂ ਨੇ ਮੂੰਹ ਭੰਨਿਆ। ਬਹਰਹਾਲ ਇਹਨਾਂ ਨੂੰ ਰੱਖਿਆ ਹੀ ਇਸ ਲਈ ਗਿਆ ਹੈ। ਅਜ਼ਮਾ ਬੁਖਾਰੀ ਸਾਡੀ ਭੈਣ ਜਿਹੜੀ, ਇਹਨੂੰ ਗਾਲਾਂ ਦੇਣ ਵਾਸਤੇ, ਚਿੜ ਚੀਂ ਕਰਨ ਵਾਸਤੇ ਗਲ ਪੈ ਜਾਂਦੀ ਹੈ ਔਰ ਹਰ ਵੇਲੇ। ਇੱਧਰ ਇੱਕ ਵੀਡੀਓ ਵੇਖੋ ਇਹਨਾਂ ਦੀ, ਉੱਥੇ ਪ੍ਰੈਸ ਕਾਨਫਰੰਸ ਹੋਣ ਡਈ, ਮਰੀਮ ਸਾਹਿਬਾ ਨੇ ਬੋਲਣਾ ਹੈ ਅਤੇ ਉੱਥੇ ਲਾਗੋਂ ਕਦੀ ਇੰਜ ਕਰਦੀ ਹੈ, ਕਦੀ ਆਂਦੀ ਚੁੱਪ ਕਰ ਜੋ, ਕਦੀ ਲੜਾਈ ਕਰਦੀ ਚਿਹਰੇ ਦੇ ਉੱਤੇ। ਇਹ ਤਾਂ ਕਿਸੇ ਦਿਨ ਇਹਦੀ ਕੋਈ ਨੱਸ ਨਾ ਫਟ ਜਾਏ ਇਸ ਭੈਣ ਸਾਡੀ ਦੀ। ਜਿੰਨੀ ਇਹ ਪ੍ਰੈਸ਼ਰ 'ਚ ਰਹਿੰਦੀ ਹੈ, ਜਿੰਨਾ ਇਹ ਲੜਦੀ ਹੈ, ਜਿੰਨੇ ਇਹਦੇ ਮੱਥੇ 'ਤੇ ਵੱਟ ਰਹਿੰਦੇ ਨੇ, ਜਿੰਨਾ ਇਹ ਕੁਰਬਲ ਕਰਦੀ ਫਿਰਦੀ ਯਾਰ ਪਾਸੇ, ਸਾਡੀ ਤਾਂ ਸਮਝ ਤੋਂ ਬਾਹਰ ਹੈ ਵੀ ਇਹਨੂੰ ਸਕੂਨ ਕੋਈ ਨਹੀਂ। ਇਹਦੀ ਰੇਸ ਮੱਠੀ ਕਰੋ ਥੋੜ੍ਹੀ ਜਿਹੀ। ਉਹ ਪੁਰਾਣੇ ਜ਼ਮਾਨੇ 'ਚ ਕਾਰਬੋਰੇਟਰ ਦੇ ਉੱਤੇ ਇੱਕ ਨੱਟ ਹੁੰਦਾ ਸੀ ਮੋਟਰਸਾਈਕਲ 'ਤੇ, ਉਹ ਰੇਸ ਬਹੁਤੀ ਹੁੰਦੀ ਸੀ, ਉੱਥੋਂ ਪੇਚਕਸ ਨਾਲ ਥੱਲੇ ਕਰ ਲਈਦੀ ਸੀ। ਇਹ ਭੈਣ ਸਾਡੀ ਜਿਹੜੀ ਹੈ, ਅਸੀਂ ਇਹਨਾਂ ਦੇ ਸ਼ੌਹਰ ਜਿਹੜੇ ਨੇ ਉਹ ਤਾਂ ਬੜੇ ਠੰਡੇ ਆਦਮੀ ਨੇ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਦਾ ਵੀ ਕਿਤੇ ਕਾਰਬੋਰੇਟਰ ਹੋਏਗਾ ਨਾ, ਉੱਥੇ ਜ਼ਰਾ ਥੋੜ੍ਹਾ ਜਿਹਾ
ਰੇਸ ਮੱਠੀ ਕਰੋ ਭੈਣ ਸਾਡੀ ਦੀ, ਨਾ ਇਸ ਤਰ੍ਹਾਂ ਨਾ ਕਰੋ। ਹਰ ਥਾਂ ਤੇ ਚੜੀ ਆਉਂਦੀ ਹੈ, ਲੜਾਈ ਕਰਦੀ, ਇਹਦੀ ਕੋਈ ਨਸ ਨੂਸ ਫਟ ਜਾਣੀ ਜੇ, ਜਿੰਨੇ ਕੁਛ ਅੱਲਾ ਇਹਨੂੰ ਸਿਹਤ ਦੇਵੇ, ਲੇਕਿਨ ਕੋਈ ਨਾ ਕੋਈ ਕਿਸੇ ਦਿਨ ਕੰਮ ਹੋ ਜਾਣਾ। ਜਿੰਨਾ ਇਹ ਐਂਗਰ 'ਚ ਰਹਿੰਦੀ ਹੈ, ਇਹਨੂੰ ਕੋਈ ਐਂਗਰ ਮੈਨੇਜਮੈਂਟ, ਕੋਈ ਦਵਾਈ ਸ਼ਵਾਈ, ਕੋਈ ਬਲੱਡ ਪ੍ਰੈਸ਼ਰ ਦੀ ਦਵਾਈ ਖਵਾਓ। ਇਹ ਤੇ ਜਿਹੜੀ ਭੈਣ ਸਾਡੀ ਹੈ ਇਹ ਤੇ ਬਿਲਕੁਲ ਹੀ ਸਾਰੇ ਕੰਮੋਂ ਬਾਹਰ ਨਿਕਲ ਗਈ। ਬਾਹਰ ਲਿਆ ਵੀਡੀਓ ਤੁਸੀਂ ਜ਼ਰਾ ਵੇਖੋ, ਨਾਲ ਤੁਹਾਨੂੰ ਵਿਖਾਣੀ, ਆਵਾਜ਼ ਦੇ ਨਾਲ ਵਿਖਾਣੀ ਹੈ ਵੀ ਉੱਥੇ ਕੀ ਕੁਝ ਕਰਦੀ ਰਹੀ ਹੈ। ਤੇ ਫਿਰ ਤੁਹਾਨੂੰ ਇਹ ਵੀ ਤੁਸੀਂ ਨੋਟ ਕਰਨਾ ਵੀ ਬਾਜੀ ਮਰੀਮ ਦੇ ਲਾਗੇ ਚਾਗੇ ਸ਼ੋਰ ਹੋਵੇ ਤਾਂ ਬੋਲ ਨਹੀਂ ਸਕਦੀ। ਇਧਰ ਵੇਖੋ, कह रही है यही बताएंगी। खामोशी खामोशी, आप लोग पीछे पीछे हो जाओ, थोड़ा पीछे पीछे हो जाओ, कैमरा को थोड़ा पीछे हो जाओ, पीछे हो जाओ, चलो जी। बिस्मिल्लाहिर्रहमानिर्रहीम। थैंक यू वेरी मच। क्या कर रहे हो? थैंक यू वेरी मच एवरीवन। अगर आप चुप नहीं करेंगे मैं कैसे बोलूं? अगर आप चुप नहीं करेंगे मैं कैसे बोलूं? क्या कर रहे हो भाई? ना बात करें, ना बात करें, ना बात करें, बस कर दो। इस साल ਦੇਖ ਲਈ। ਹਾਲਾਂਕਿ ਬਾਜੀ ਨੇ ਕਰਨਾ ਕੀ ਸੀ, ਬਾਜੀ ਨੇ ਪ੍ਰੈਸ ਕਾਨਫਰੰਸਾਂ ਅਸੀਂ ਜਦੋਂ ਵੀ ਕਰਨੇ ਆ, ਅਸੂਲ ਇਹ ਹੁੰਦਾ ਹੈ ਕਿ ਤੁਸੀਂ ਬੋਲਣਾ ਸ਼ੁਰੂ ਦੇ ਵਿੱਚ ਸ਼ੋਰ ਹੁੰਦਾ ਸਾਫ ਹੀ। ਬਾਜੀ ਨੂੰ ਮੇਰਾ ਖਿਆਲ ਇਸ ਗੱਲ ਦਾ ਪਤਾ ਹੀ ਨਹੀਂ, ਖੈਰ ਕਿਸੇ ਗੱਲ ਦਾ ਵੀ ਨਹੀਂ ਪਤਾ, ਇਹਦਾ ਕਿੱਥੋਂ ਪਤਾ ਹੋਣਾ। ਲੇਕਿਨ ਮੀਡੀਆ ਦੇ ਵਿੱਚ, ਸਿਆਸਤ 'ਚ ਤੁਹਾਨੂੰ ਪਤਾ ਕਿ ਜੋ ਗੱਲਬਾਤ ਸ਼ੁਰੂ ਕਰਦੇ ਹੋ ਅਕਸਰ ਸ਼ੋਰ ਹੁੰਦਾ। ਤੁਸੀਂ ਗੱਲ ਸ਼ੁਰੂ ਕਰਦੇ ਹੋ ਤਾਂ ਸਾਫ ਹੀ ਆਪੇ ਚੁੱਪ ਕਰ ਜਾਂਦੇ। ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਉਹ ਪਹਿਲਾਂ ਆਪੋ 'ਚ ਗੱਲਬਾਤ, ਕੈਮਰਾਮੈਨ ਉਹ ਸਾਰੇ ਕਰਨ ਡਏ ਹੁੰਦੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਬੰਦੇ ਨੇ ਗੱਲ ਸ਼ੁਰੂ ਕਰ ਦਿੱਤੀ, ਉਹ ਖਾਮੋਸ਼ ਹੋ ਜਾਂਦੇ ਨੇ। ਪਰ ਬਾਜੀ ਲਈ ਸਟਾਰਟ ਲੈਣਾ ਬੜਾ ਔਖਾ ਹੈ। ਬਾਜੀ ਫਸ ਜਾਂਦੀ ਹੈ ਸਟਾਰਟ ਲੈਣ ਲੱਗੀ। ਬਾਜੀ ਲਈ ਸਟਾਰਟ ਲੈਣਾ, ਜਿਵੇਂ ਗੱਡੀ ਦਾ ਕਈ ਵਾਰੀ ਧੱਕਾ ਸਟਾਰਟ, ਗੱਡੀਆਂ ਦਾ ਸਟਾਰਟ ਲੈਣਾ ਔਖਾ ਹੁੰਦਾ, ਫਿਰ ਅੱਗੋਂ ਰੇੜੀ ਜਾਂਦੀ ਹੈ। ਬਾਜੀ ਦਾ ਵੀ ਰੌਲਾ ਹੀ ਹੈ। ਬਾਜੀ ਵੀ ਪ੍ਰੈਸ ਕਾਨਫਰੰਸ ਦੇ ਹਿਸਾਬ ਨਾਲ, ਜਾਂ ਕੋਈ ਵੀ ਪੜ੍ਹਿਆ ਲਿਖਿਆ ਕੰਮ ਜਿਹੜਾ, ਉੱਥੇ ਬਾਜੀ ਧੱਕਾ ਸਟਾਰਟ ਹੀ ਹੈ। ਬਾਜੀ ਨੇ ਕੱਲ੍ਹ ਅੰਗਰੇਜ਼ੀ ਵੀ ਵਿਚਾਰੀ ਨੇ ਬਹੁਤ ਸਾਰੀ ਗਲਤ ਬੋਲ ਛੜੀ ਹੈ, ਤੇ ਉਹਦੇ ਤੇ ਵੀ ਬਾਜੀ ਦਾ ਮਾਹੌਲ ਬਣਿਆ। ਲੇਕਿਨ ਬਾਹਰ ਜਦੋਂ ਤੱਕ ਸਾਫ ਹੀ ਚੁੱਪ ਨਹੀਂ ਕੀਤੇ, ਬਾਜੀ ਉੱਥੋਂ ਬੋਲ ਨਹੀਂ ਸਕੀ। ਹੁਣ ਅਗਰ ਚੇਤੇ ਕਰੋ, ਜਦੋਂ ਮੈਂ ਤਨਕੀਦ ਕਰਦਾ ਸਾਂ ਤੇ ਮੇਰੇ ਮਗਰ ਸਾਰੇ ਲੱਠ ਲੈ ਕੇ ਪੈ ਗਏ ਸਨ, ਮੇਰੇ ਸੱਜਣ ਨੇ, ਭਰਾ ਨੇ, ਮਿੱਤਰ ਨੇ, ਪੰਜਾਬ ਅਸੈਂਬਲੀ ਵਾਲੇ, ਤੇ ਫਿਰ ਸ਼ਿਕਾਇਤਾਂ ਲਾਉਂਦੇ ਨੇ ਜੀ ਸਾਨੂੰ ਗੱਦਾਰ ਹੈ। ਮੈਂ ਤੁਹਾਨੂੰ ਕਿਉਂ ਗੱਦਾਰ ਰੱਖਾਂਗਾ? ਤੁਹਾਡੇ 'ਚ ਕੋਈ ਗੱਦਾਰ ਨਹੀਂ, ਸਾਰੇ ਸੱਜਣ ਹੋ, ਸਾਡੇ ਭਰਾ ਹੋ। ਲੇਕਿਨ ਤੁਹਾਡੀ ਜਿਹੜੀ ਐਕਟੀਵਿਟੀ ਹੈ, ਮਤਲਬ ਡਿਕਟੇਟਰ ਸਾਨੂੰ ਕਿਸੇ ਨੂੰ ਵੀ ਨਹੀਂ ਬਣਨਾ ਚਾਹੀਦਾ ਨਾ। ਸਾਡੀ ਪਰਫਾਰਮੈਂਸ ਦੇ ਉੱਤੇ ਕੋਈ ਵੀ, ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਗਿੱਲ ਸਾਹਿਬ ਦਾ ਵੀਲੌਗ ਬਹੁਤ ਹੀ ਮਾਠਾ ਹੁੰਦਾ ਯਾਰ, ਲਿਖੋ ਨਾ ਆਪਣੇ ਪੇਜਾਂ ਦੇ ਉੱਤੇ, ਮੈਂ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਕਰਾਂਗਾ। ਤੁਸੀਂ ਲਿਖੋ ਵੀ ਗਿੱਲ ਸਾਹਿਬ ਦਾ ਵੀਲੌਗ ਅੱਛਾ ਨਹੀਂ ਹੁੰਦਾ, ਮਿਹਨਤ ਕਰਕੇ ਕਰਨ, ਇਹਨਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ, ਖਬਰਾਂ ਇਹਨਾਂ ਦੀਆਂ ਠੀਕ ਨਹੀਂ ਹੁੰਦੀਆਂ। ਇਸੇ ਤਰ੍ਹਾਂ ਮੇਰੇ ਕੋਲ ਵੀ ਹੱਕ ਰਹਿਣ ਦਿਓ ਕਿ ਮੈਂ ਕਹਾਂ ਕਿ ਤੁਹਾਡੀ ਕਾਰਕਰਦਗੀ ਜਿਹੜੀ ਅਸੈਂਬਲੀ ਦੇ ਵਿੱਚ ਅੱਛੀ ਨਹੀਂ। ਫੌਰੀ ਤੌਰ ਤੇ ਉਹਨੂੰ ਫਿਰ ਟਵਿਸਟ ਕਰਕੇ ਬਣਾ ਦਿੰਦੇ ਨੇ ਜੀ ਸਾਨੂੰ ਗੱਦਾਰ ਆਖਿਆ। ਗੱਦਾਰ ਨਹੀਂ ਆਖਿਆ, ਪਰਫਾਰਮੈਂਸ ਦੇ ਉੱਤੇ ਗੱਲ ਕੀਤੀ। ਚੇਤੇ ਕਰੋ ਜਦੋਂ ਬਾਜੀ ਮਰੀਮ ਨੇ ਪਹਿਲੀ ਤਕਰੀਰ ਕੀਤੀ ਸੀ ਤੇ ਅਸੀਂ ਮਿਲੇ ਜੁਲੇ ਤਰੀਕੇ ਨਾਲ ਬਾਹਰ ਨਿਕਲ ਗਏ ਸਾਂ। ਸਾਡੀ ਪੂਰੀ ਦੀ ਪੂਰੇ ਜਿੰਨੇ 104 ਬੰਦੇ ਨੇ ਉਹ ਅਸੈਂਬਲੀ ਤੋਂ ਬਾਹਰ ਜਾ ਕੇ ਬਹਿ ਗਏ ਸਨ। ਹਾਲਾਂਕਿ ਅੰਦਰ ਰੌਲਾ ਪਾਉਣਾ ਚਾਹੀਦਾ ਸੀ, ਅੰਦਰ ਰੌਲਾ ਪਾਉਂਦੇ ਤੇ ਇਹ ਜਿਹੜੀ ਧੱਕਾ ਸਟਾਰਟ ਇਹਨਾਂ ਦੀ ਕਿਆਦਤ ਹੈ ਸਿਆਸੀ, ਇਹਨਾਂ ਦੇ ਕੋਲੋਂ ਤਕਰੀਰ ਨਹੀਂ ਸੀ ਹੋਣੀ। ਬਾਜੀ ਮਰੀਮ ਨੇ ਬੜੀ ਬਜਵੀਂ ਤਕਰੀਰ ਕੀਤੀ ਤੇ ਸਾਡੇ ਵਾਲਿਆਂ ਨੇ ਚੁੱਪ ਕਰਕੇ ਉਹਨਾਂ ਨੂੰ ਸਪੀਕਰ ਨਾਲ ਗੱਲਬਾਤ ਕਰਕੇ ਤੇ ਮੈਦਾਨ ਖਾਲੀ ਛੱਡ ਦਿੱਤਾ। ਦੂਸਰੀ ਵਾਰੀ ਬਜਟ ਦੇ ਉੱਤੇ ਜਦੋਂ ਅਸੀਂ ਵੀ, ਤੁਸੀਂ ਸਾਰਿਆਂ ਨੇ ਵੀ ਘਸੁੰਨ ਮੁੱਕੀ ਹੋਏ ਸਾਰੇ, ਤੇ ਫਿਰ ਇhtਜਾਜ ਕਰਨਾ ਪਿਆ। ਉਹ ਵੀ ਅੱਧਿਆਂ ਨੂੰ ਕਰਨਾ ਪਿਆ, ਅੱਧਿਆਂ ਨੇ ਨਹੀਂ ਕੀਤਾ। ਸਾਨੂੰ ਪਤਾ ਜਿਨ ਕੀਤਾ, ਜਿਹਨੇ ਨਹੀਂ ਕੀਤਾ। ਬਹਰਹਾਲ ਜਦੋਂ ਅੱਧਿਆਂ ਨੇ ਜ਼ਰਾ ਚੰਗਾ ਭਰਵਾਂ ਇhtਜਾਜ ਕੀਤਾ ਤੇ ਸਾਡੇ 26 ਕੇ 28 ਜਿਹੜੇ MP ਸਨ ਜਾਂ 32 ਸਨ, ਉਹਨਾਂ ਨੂੰ ਡੀ-ਸੀਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮਰੀਮ ਸਾਹਿਬਾ ਕੋਲੋਂ ਤਕਰੀਰ ਨਾ ਕੀਤੀ ਗਈ, ਬਾਰ-ਬਾਰ ਹੱਥ ਕੰਬਣ ਡਏ ਸਨ ਤੇ ਸਪੀਕਰ ਸਾਹਿਬ ਨੂੰ ਆਉਂਦੀ ਸੀ ਮੇਰੇ ਵੱਲ ਵੇਖੋ, ਮੇਰੇ ਵੱਲ ਵੇਖੋ ਸਪੀਕਰ ਸਾਹਿਬ। ਉਹ ਤਕਰੀਰ ਨਹੀਂ ਸੀ ਕਰ ਪਾਉਂਦੀ, ਉਹ ਸਪੀਕਰ ਸਾਹਿਬ ਨੂੰ ਮੇਰੇ ਵੱਲ ਵੇਖੋ। ਬਈ ਤੁਸੀਂ ਬਾਜੀ ਜੀ ਉਹਨਾਂ ਨੂੰ ਤੁਹਾਡੇ ਵੱਲ ਵਿਖਾ ਕੇ ਕੀ ਕਰਨਾ, ਆਪਣੀ ਗੱਲ ਕਰੋ ਜਿਹੜੀ ਕਰਨੀ। ਇੱਥੇ ਵੀ ਬਾਜੀ ਦਾ ਹਾਲ ਇਹੀ ਸੀ, ਧੱਕਾ ਸਟਾਰਟ ਹੀ ਸਾਡੇ ਇੱਥੋਂ ਸਾਡੇ MPs ਦੋਹਰੇ ਸੁਣ ਲੈਣ, ਦੋਹਰੇ ਲਰਨ ਕਰ ਲੈਣ। ਅਗਰ ਵਾਕਈ ਤੁਸੀਂ ਦਬੰਗ ਕਿਸਮ ਦਾ ਇhtਜਾਜ ਕਰੋਗੇ ਤੇ ਇਹ ਧੱਕਾ ਸਟਾਰਟ ਕੇ ਆਦਤ ਕੋਲੋਂ ਨਹੀਂ ਬੋਲਿਆ ਜਾਣਾ। ਇਹਨਾਂ ਦੇ ਕੋਲ ਇੱਕ ਹੀ ਕਾਰਪੋਰੇਟਰ ਵਾਲਾ ਪੁਰਜ਼ਾ ਜਿਹੜਾ ਬਾਜੀ ਅਜ਼ਮਾ ਬੁਖਾਰੀ, ਜਿਹੜੀ ਬਸ ਛੋਟੇ ਬਖੇ ਦੇ ਉੱਤੇ ਬੋਲਦੀ ਜਾਂਦੀ, ਉਹਨੂੰ ਕੋਈ ਪਤਾ ਹੀ ਨਹੀਂ ਪਿਓ ਕੀ ਬੋਲਣ ਡਈ। ਅੱਛਾ ਜੀ, ਅੱਗੇ ਜ਼ਰਾ ਚੱਲਨੇ। ਇਹ ਤੇ ਉੱਥੇ ਹੋਇਆ ਜੋ ਕੁਝ ਤੁਹਾਡੇ ਸਾਹਮਣੇ ਵੀ ਪਾਣੀ ਦੇ ਉੱਤੇ ਸਾਰਾ। ਬਾਜੀ ਨੇ, ਅਦੀਲ ਰਾਜਾ ਸਾਹਿਬ ਨੇ ਖਬਰ ਦਿੱਤੀ ਹੈ ਵੀ ਬਾਜੀ ਨੇ ਆਖਿਆ ਵੀ ਤੇਲ ਪਾਣੀ ਪੂਰਾ ਕਰੋ ਇੰਜਣਾਂ ਦਾ। ਲਓ ਜੀ, ਲੋਕਾਂ ਨੂੰ ਨਹੀਂ ਸੀ ਪਤਾ, ਪਹਿਲਾਂ ਵੀ ਰੈਸਕਿਊ ਵਾਲਿਆਂ ਨੂੰ ਨਹੀਂ ਸੀ ਪਤਾ ਵੀ ਤੇਲ ਪਾਣੀ ਇੰਜਣਾਂ ਦਾ ਪੂਰਾ ਕਰਨਾ। ਬਾਜੀ ਨੇ ਆਖਿਆ ਵੀ ਪੂਰਾ ਕਰੋ। ਫਿਰ ਬਾਜੀ ਨੇ ਆਖਿਆ ਵੀ ਵੱਡੀਆਂ ਬੱਤੀਆਂ ਲਾਓ, ਬੱਤੀਆਂ ਫਲੱਡ ਲਾਈਟਸ ਲਾਓ ਜਿਹੜੀਆਂ ਨੇ ਨਾ, ਤਾਂ ਕਿ ਰਾਤ ਨੂੰ ਉਹਨਾਂ 'ਚ ਨਜ਼ਰ ਆ ਸਕੇ। ਅਦੀਲ ਰਾਜਾ ਸਾਹਿਬ ਕਹਿੰਦੇ ਨੇ ਵੀ ਲਓ ਸਾਨੂੰ ਨਹੀਂ ਸੀ ਪਤਾ, ਇਹ ਪਹਿਲੀ ਵਾਰੀ ਸਾਨੂੰ ਪਤਾ ਲੱਗਾ ਵੀ ਫਲੱਡ ਲਾਈਟ ਲਾਉਣ ਨਾਲ, ਬੱਤੀ ਲਾਉਣ ਨਾਲ, ਲਾਈਟ ਲਾਉਣ ਨਾਲ ਰਾਤ ਦੇ ਵਿੱਚ ਨਜ਼ਰ ਆਏਗਾ, ਮਤਲਬ ਰੋਸ਼ਨੀ ਹੋਏਗੀ ਤੇ ਨਜ਼ਰ ਆਏਗਾ। ਇਹ ਵੀ ਬਾਜੀ ਨੇ ਗੁੰਝਲ ਖੋਲੀ ਤੇ ਬਾਜੀ ਨੇ ਇਹੋ ਜਿਹੇ ਮਾਮਲਾ ਦੱਸੇ ਨੇ ਵੀ ਕਸ਼ਤੀਆਂ ਦੀ ਹਵਾ ਸ਼ਵਾ ਪੂਰੀ ਕਰੋ। ਇਹ ਬਾਜੀ ਦੱਸਣ ਗਈ ਜੇ ਇਹ ਦਿਮਾਗ ਸੋਚ ਲਓ, ਇਹਨਾਂ ਦਾ ਵਿਜ਼ਨ ਸੋਚ ਲਓ ਤੇ ਇਹਨਾਂ ਦੀਆਂ ਗੱਲਾਂ ਸੋਚ ਲਓ, ਤੇ ਉਸ ਤੋਂ ਬਾਅਦ ਇਹ ਆਂਦੇ ਨੇ ਵੀ ਸਾਨੂੰ ਕਿਆਦਤ ਮੰਨੋ। ਅੱਛਾ ਜੀ, ਅੱਗੇ ਇਹ ਇੰਪੀਰੀਅਲ ਚੌਕ ਮੁਲਤਾਨ CMH ਵਾਲਾ ਚੌਕ ਹੈ। ਇਹ ਤੇ ਇਹਦੇ ਨਾਲ ਅਲਾਈਡ ਬੈਂਕ ਦੇ ਨਾਲ ਇੱਕ ਫਾਰਮੇਸੀ ਹੈ। ਇਹ ਸੋਸ਼ਲ ਮੀਡੀਆ ਦੇ ਉੱਤੇ ਰਿਪੋਰਟ ਹੋ ਰਿਹਾ ਬਹੁਤ ਜ਼ਿਆਦਾ, ਇਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਉਹਦੇ ਨਾਲ ਇੱਕ ਫਾਰਮੇਸੀ ਹੈ, ਉੱਥੇ ਕੁਰਾਨੀ ਆਇਤ ਇਯਾਕਾ ਨਾਬਦੂ ਵਾ ਇਯਾਕਾ ਨਸਤਾਈਨ ਉੱਤੇ ਲਿਖਿਆ ਹੈ ਤੇ ਉਹਨੂੰ ਛੁਪਾਇਆ ਹੋਇਆ ਉਹਦੇ ਤੇ ਟੇਪ ਲਾ ਕੇ ਜਾਂ ਕੋਈ ਸ਼ਾਪਰ ਲਾ ਕੇ, ਠੀਕ ਹੈ ਨਾ ਜੀ, ਉਹਨੂੰ ਛੁਪਾਇਆ ਹੋਇਆ।
ਉਹ ਆਂਦੇ ਨੇ ਕਿ ਇਹ ਕਿਹਨਾਂ ਦੇ ਖੌਫ ਤੋਂ ਛੁਪਾਇਆ ਗਿਆ, ਇਹ 100% ਉਹਨਾਂ ਦਾ ਹੀ ਖੌਫ ਹੈ ਜਿਨ੍ਹਾਂ ਨੇ PTI ਨੂੰ ਮਾਰਿਆ ਤੇ ਆਵਾਮ ਨੂੰ ਡਰਾਇਆ ਤੇ ਧਮਕਾਇਆ। ਜ਼ਾਹਿਰ ਹੈ ਫੀਲਡ ਮਾਰਸ਼ਲ ਸਾਹਿਬ ਔਰ ਉਹਨਾਂ ਦੀ ਪਾਰਟੀ ਵਾਲੇ ਪਾਸੇ ਇਲਜ਼ਾਮ ਲਾ ਰਹੇ ਨੇ। ਪਰ ਸੋਸ਼ਲ ਮੀਡੀਆ ਦਾ ਇਲਜ਼ਾਮ ਹੈ, ਮੈਨੂੰ ਇਹ ਨਹੀਂ ਪਤਾ ਕਿ ਐਗਜ਼ੈਕਟਲੀ ਮੁਲਤਾਨ 'ਚ ਜਾਂ ਕਿੱਥੇ ਹੈ ਜਾਂ ਇੰਪੀਰੀਅਲ ਚੌਕ 'ਚ ਇਹ ਫਾਰਮੇਸੀ ਹੈ। ਇਹ ਹੁਣ ਤੁਸੀਂ ਆਪ ਲੱਭੋ ਤੇ ਫਾਰਮੇਸੀ ਵਾਲਿਆਂ ਨੂੰ ਪੁੱਛੋ ਕਿ ਕੋਈ ਹਯਾ ਨੂੰ ਹੱਥ ਮਾਰੋ, ਹਯਾ ਨੂੰ ਹੱਥ ਮਾਰੋ। ਜੇ ਦੂਜੇ ਨਹੀਂ ਮਾਰਦੇ ਤੁਸੀਂ ਮਾਰੋ। ਇਯਾਕਾ ਨਾਬੁਦੂ ਇਯਾਕਾ ਨਸਤਾਈਨ ਕਿਉਂ ਲੁਕਾਉਂਦੇ ਹੋ? ਇਹ ਲੁਕਾਉਣ ਵਾਲੀ ਗੱਲ ਹੈ। ਇਹ ਇਮਰਾਨ ਖਾਨ ਅਗਰ ਪੜ੍ਹਦੇ ਨੇ ਤੇ ਕੀ ਇਹਨੂੰ ਹੁਣ ਤੁਸੀਂ ਮਤਲਬ ਮੈਂ ਕੀ ਗੱਲ ਆਖਾਂ ਯਾਰ, ਕੋਈ ਖੁਦਾ ਦਾ ਖੌਫ ਕਰੋ, ਕੋਈ ਸ਼ਰਮ ਕਰੋ ਇਸ ਗੱਲ ਦੇ ਉੱਤੇ, ਇਹੀ ਕਹਿ ਸਕਦਾ। ਅੱਛਾ ਜੀ, ਅੱਗੋਂ ਅਲੀ ਅਮੀਨ ਇਹ ਰਿਪੋਰਟ ਕਰ ਰਹੇ ਨੇ, ਅਸਦ ਤੂਰ ਸਾਹਿਬ ਦੀ ਖਬਰ ਅਸੀਂ ਤੁਹਾਡੇ ਸਾਹਮਣੇ ਰਿਪੋਰਟ ਕਰ ਰਹੇ ਹਾਂ, ਸਾਡੀ ਖਬਰ ਨਹੀਂ ਹੈ। ਉਹ ਕਹਿੰਦੇ ਨੇ ਕਿ ਅਲੀ ਅਮੀਨ ਇਸਟੈਬਲਿਸ਼ਮੈਂਟ ਦੇ ਸਭ ਤੋਂ ਮਾਹਿਰ ਖਿਲਾੜੀ ਨੇ। ਕੱਲ੍ਹ ਇਮਰਾਨ ਖਾਨ ਦੇ ਹੁਕਮ ਤੇ ਸੁਪਰੀਮ ਕੋਰਟ ਦਰਖਾਸਤ ਦਿੱਤੀ, ਸੁਪਰੀਮ ਕੋਰਟ ਨੇ ਉਹਨੂੰ ਚੁੱਕ ਕੇ ਸੁੱਟ ਦਿੱਤਾ। ਅਲੀ ਅਮੀਨ ਨੇ ਗੇਮ ਇਹ ਪਾਈ ਹੈ ਕਿ ਦਰਖਾਸਤ ਤੇ ਵਕੀਲ ਦੇ ਸਾਈਨ ਹੀ ਨਹੀਂ ਕਰਵਾਏ। ਜਿਹੜਾ ਪਹਿਲੇ ਦਿਨ ਵੀ ਵਕੀਲ ਬਣਿਆ ਹੋਵੇ ਉਹਨੂੰ ਵੀ ਪਤਾ ਹੈ ਕਿ ਵਕੀਲ ਦੇ ਸਾਈਨ ਤੋਂ ਬਗੈਰ ਸੁਪਰੀਮ ਕੋਰਟ ਦੀ ਦਰਖਾਸਤ ਨਹੀਂ ਹੁੰਦੀ। ਇਹ ਅਸਦ ਤੂਰ ਸਾਹਿਬ ਨੇ ਇਲਜ਼ਾਮ ਲਾਇਆ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਉੱਤੇ। ਦੂਸਰੇ ਪਾਸੇ ਜੁਨੇਦ ਅਕਬਰ ਸਾਹਿਬ ਆਂਦੇ ਨੇ ਕਿ ਬੈਰਿਸਟਰ ਗੌਹਰ ਨੇ ਇਮਰਾਨ ਖਾਨ ਨੂੰ ਦੱਸਿਆ ਕਿ ਮੈਂ ਸੂਬਾਈ ਸਦਾਰਤ ਤੋਂ ਅਸਤੀਫਾ ਦੇਣਾ ਚਾਹੁੰਦਾ, ਕਮੇਟੀ ਤੋਂ ਨਹੀਂ। ਉਹਨਾਂ ਨੇ ਕਿਹਾ ਕਿ ਮੈਂ ਪਬਲਿਕ ਅਕਾਊਂਟ ਕਮੇਟੀ ਔਰ ਸੂਬਾਈ ਸਦਰ ਦੋਨਾਂ ਤੋਂ ਅਸਤੀਫਾ ਦਿਆਂਗਾ। ਮੈਂ ਆਪਣਾ ਅਸਤੀਫਾ ਜਿਹੜਾ ਉਹ ਬੈਰਿਸਟਰ ਗੌਹਰ ਨੂੰ WhatsApp ਕੀਤਾ ਸੀ। ਮੈਂ PTI ਦੇ ਵਿੱਚ ਸਿਆਸੀ ਖਾਨਾ ਬਦੋਸ਼ ਬਣ ਕੇ ਨਹੀਂ ਆਇਆ, ਮੈਂ ਉਦੋਂ ਆਇਆ ਜਦੋਂ ਬਹੁਤ ਸਾਰੇ ਲੋਕ ਨਹੀਂ ਸੀ। ਇਹ ਹੁਣ ਮੈਨੂੰ ਨਹੀਂ ਪਤਾ ਕਿ ਉਹ ਗੌਹਰ ਸਾਹਿਬ ਨੂੰ ਸੁਣਾ ਰਹੇ ਨੇ, ਕਿਹਨੂੰ ਸੁਣਾ ਰਹੇ ਨੇ। ਬਹਰਹਾਲ ਉਹਨਾਂ ਨੇ ਵੀ ਅੱਗੋਂ ਭਰਵਾਂ ਕਿਸਮ ਦਾ ਜਿਹੜਾ ਉਹ ਜਵਾਬ ਦਿੱਤਾ। ਅੱਛਾ ਜੀ, ਫਲੱਡ ਨਾਲ ਦੁਨੀਆ ਮਾਰੀ ਗਈ ਹੈ। ਜੋ ਕੁਛ ਪੰਜਾਬ 'ਚ ਹੋਇਆ ਤੁਹਾਨੂੰ ਮਨਾਜ਼ਰ ਕੁਝ ਵਿਖਾ ਦਿੰਦੇ ਹਾਂ, ਕੁਝ ਤੁਸੀਂ ਪਹਿਲਾਂ ਵੀ ਵੇਖੇ ਨੇ ਤੇ ਇਹ ਜ਼ਰਾ ਵੇਖਦੇ ਜਾਓ ਨਾਲ ਨਾਲ ਮਨਾਜ਼ਰ ਕਿ ਇਸ ਵੇਲੇ ਜਿਹੜੀ ਤਬਾਹੀ ਹੋਈ ਹੈ, ਉਹ ਵਜ਼ੀਰਾਬਾਦ ਹੋਵੇ, ਉਹ ਸਿਆਲਕੋਟ ਹੋਵੇ, ਉਹ ਲਾਹੌਰ ਦੇ, ਹੁਣ ਤੇ ਖੈਰ ਲਾਹੌਰ 'ਚ ਵੀ ਪਾਣੀ ਆ ਵੜਿਆ। ਉਹ ਸਾਰੇ ਮਾਮਲਾਤ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਨੇ। ਹੁਣ NDMA ਆਂਦਾ ਵੀ 811 ਲੋਕੀ ਜਾਨ ਦੀ ਬਾਜ਼ੀ ਹਾਰ ਗਏ ਨੇ ਤੇ 1111 ਜ਼ਖਮੀ ਨੇ ਪਿਛਲੇ 3 ਦਿਨਾਂ ਦੇ ਵਿੱਚ। 2 ਤੋਂ 3 ਦਿਨ ਦੇ ਵਿੱਚ NDMA ਦੱਸ ਰਿਹਾ ਹੈ ਕਿ 811 ਲੋਕ ਪੂਰੇ ਮੁਲਕ ਦੇ ਵਿੱਚ ਵਫਾਤ ਪਾਈ ਹੈ ਉਹਨਾਂ ਨੇ। ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੀ ਤਬਾਹੀ ਹੋਈ ਹੈ ਇਸ ਸਾਰੇ ਮਾਮਲੇ ਦੀ। ਇਹ NDMA ਦੀ ਫਿਗਰਸ ਨੇ। ਤੇ ਦੂਸਰੇ ਪਾਸੇ ਇੱਧਰ ਤੇ ਪੰਜਾਬ ਦੇ ਵਿੱਚ ਜੋ ਕੁਝ ਹੋਇਆ, ਫਿਰ ਉੱਥੇ ਭਵਾਨੇ ਦੇ ਲਾਗੇ ਇਹਨਾਂ ਨੇ ਰਮਜ਼ਾਨ ਸ਼ੂਗਰ ਮਿਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਆਵਾਮ ਦਾ ਕੋਈ ਪੁਰਸਾਨੇ ਹਾਲ ਨਹੀਂ। ਇਸੇ ਤਰੀਕੇ ਨਾਲ ਬਾਕੀ ਥਾਵਾਂ 'ਤੇ ਵੀ ਇਹਨਾਂ ਨੇ ਆਪਣੇ ਮਾਮਲਾ ਸਿੱਧੇ ਕੀਤੇ ਨੇ। ਆਵਾਮ ਨਾਲ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਕਿਤੇ ਵੀ, ਸਾਰਾ ਗਾਇਬ ਹੈ ਸਿਸਟਮ। ਲੇਕਿਨ ਦੂਜੇ ਪਾਸੇ ਸਿੰਧ ਦੇ ਜਿਹੜੇ ਅਰਾਕੀਨੇ ਅਸੈਂਬਲੀ ਹੈ, ਵਡੇਰੇ, ਜਗੀਰਦਾਰ, ਬਿਜ਼ਨਸਮੈਨ, ਅਸ਼ਰਾਫੀਆ, ਅਰਬਪਤੀ ਲੋਕ ਨੇ, ਉਹਨਾਂ ਨੇ ਗੱਠਜੋੜ ਕਰਕੇ ਜਿਹੜੀ ਤਨਖਾਹਾਂ ਲੱਖਾਂ ਰੁਪਈਆ ਤਨਖਾਹ ਵਧਾਉਣ ਦੀ ਸਿੰਧ ਅਸੈਂਬਲੀ ਦੇ ਅਰਾਕੀਨ ਦੀ, ਉਹ ਗੱਠਜੋੜ ਕਰਕੇ ਬੈਠੇ ਨੇ। ਇਜਲਾਸ ਹੋ ਰਿਹਾ। ਦੁਨੀਆ ਨਿਊਜ਼ ਦੀ ਰਿਪੋਰਟ ਹੈ ਕਿ ਸਪੀਕਰ ਸਿੰਧ ਅਸੈਂਬਲੀ ਅਵੈਸ ਕਾਦਰ ਸ਼ਾਹ ਦੀ ਸਦਾਰਤ ਦੇ ਵਿੱਚ ਉਹਨਾਂ ਨੇ ਤਨਖਾਹਾਂ ਨੂੰ 3 ਲੱਖ ਰੁਪਈਆ ਇਜ਼ਾਫੇ ਦਾ ਫੈਸਲਾ ਕੀਤਾ ਫੀ ਬੰਦਾ, ਤੇ ਨਵੀਂ ਤਨਖਾਹ ਜਿਹੜੀ ਹੈ ਉਹ 4.5 ਲੱਖ ਰੁਪਈਆ ਹੋ ਜਾਏਗੀ MPA ਦੀ। ਤੇ ਇਹ ਉੱਥੇ ਗੱਠਜੋੜ ਹੋ ਰਿਹਾ। ਮੁਲਕ ਜਿਹੜਾ ਉਹ ਇਹ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ, ਮਤਲਬ ਕਿ ਮਾਂ ਪਾਲੇ ਨਾ ਮਰ ਗਈ। ਪੋਹ ਦਾ ਮਹੀਨਾ ਸਭ ਤੋਂ ਤੁਸੀਂ ਦਸੰਬਰ ਜਨਵਰੀ ਸਮਝ ਲਓ। ਪੋਹ ਜਿਹੜਾ ਹੁੰਦਾ ਉਹ ਬੜਾ ਸਖਤ ਸਰਦੀ ਹੁੰਦੀ ਹੈ, ਪੰਜਾਬੀ ਮਹੀਨੇ ਜਿਹੜੇ ਨੇ। ਤੇ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ। ਤੇ ਇਹ ਸੂਰਤ ਹਾਲ ਹੈ। ਉੱਥੋਂ ਜਿਹੜਾ ਬਿਲਾਵਲ ਸਾਹਿਬ ਨੇ ਉਹਨਾਂ ਨਿਕਲ ਕੇ ਕਹਿਣਾ ਵੀ ਅਸੀਂ ਕੌਮ ਦੇ ਵਸੀਤਰ ਮਫਾਦ ਦੇ ਵਿੱਚ ਸਭ ਕੁਝ ਕਰ ਰਹੇ ਹਾਂ ਤੇ ਕੰਮ ਅੱਗੋਂ ਵੇਖ ਲਓ ਜਿਹੜਾ ਕਰਨ ਡਏ ਨੇ। ਇਹ ਜ਼ਰਾ ਇਹ ਕੰਮ ਵੇਖ ਲਓ। ਕੌਮੀ ਮੁਤੱਹਦਾ ਨੇ ਪਾਕਿਸਤਾਨ 'ਚ ਨਲਕੇ ਲਵਾਏ ਪੈਸੇ ਦੇ ਕੇ। ਕੌਮੀ ਮੁਤੱਹਦਾ ਵਾਲਿਆਂ ਦੇ ਵੀ ਅਸ਼ਕੇ ਹੈ ਬਈ ਤੁਸੀਂ ਵੀ ਨਲਕੇ ਹੀ ਲਵਾਉਣਾ ਇੱਥੇ। ਖੈਰ ਉਹਨਾਂ ਨੇ ਵੀ ਨਲਕੇ ਲਵਾਏ ਤੇ ਉਹਦੇ ਤੇ ਉਹਨਾਂ ਵੀ ਆਪਣਾ ਮੋਟਾ ਸਾਰਾ ਨਾਂ ਲਿਖਿਆ ਹੈ, ਕੌਮੀ ਮੁਤੱਹਦਾ ਦੇ ਤਾਬਨ ਨਾਲ ਨਲਕੇ ਲੱਗੇ। ਲੇਕਿਨ ਉਸ ਨਲਕੇ ਦੇ ਪਿੱਛੇ 2 ਬੰਦੇ ਖਲੋਤੇ ਨੇ ਬੈਨਰ ਲੈ ਕੇ। ਮਰੀਮ ਨਵਾਜ਼ ਸਾਹਿਬਾ ਦੇ 2 ਬੰਦੇ ਬੈਨਰ ਲੈ ਕੇ ਖਲੋਤੇ ਨੇ ਉਸ ਨਲਕੇ ਦੇ ਪਿੱਛੇ, ਤਾਂ ਕਿ ਉਹ ਕੰਮ ਜਿਹੜਾ ਉਹ ਘੱਟ ਨਾ ਹੋ ਜਾਏ ਕਿਸੇ ਪਾਸਿਓਂ। ਮੇਰਾ ਮਤਲਬ ਹੈ ਕਿ ਕੋਈ ਬਾਜੀ ਮਰੀਮ ਦੀ ਮਸ਼ਹੂਰੀ ਲਈ, ਸਾਰਾ ਕੰਪਨੀ ਦੀ ਮਸ਼ਹੂਰੀ ਲਈ ਸਭ ਕੁਝ ਹੋ ਰਿਹਾ। ਤੇ ਬਾਜੀ ਮਰੀਮ ਜਿਹੜੀ ਹੈ ਉਹ ਕਿਤੇ ਵੀ ਤਸਵੀਰ ਲਾਉਣ ਨੂੰ ਤਿਆਰ ਹੈ, ਭਾਵੇਂ ਉਹ ਨਲਕਾ ਕੌਮੀ ਮੁਤੱਹਦਾ ਨੇ ਲਵਾਇਆ ਹੋਵੇ, ਪਰ ਪਿੱਛੇ ਬੈਨਰ ਜਿਹੜਾ ਉਹ ਬਾਜੀ ਮਰੀਮ ਦਾ ਲੱਗਾ ਹੋਣਾ ਚਾਹੀਦਾ। ਅੱਛਾ ਜੀ, ਅਗਲੇ ਪਾਸੇ ਜਿਹੜੀ ਤੁਹਾਨੂੰ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਇਸ ਵੇਲੇ ਜਿਹੜੀਆਂ ਹਾਊਸਿੰਗ ਸੁਸਾਇਟੀਜ਼ ਨੇ ਉਹਨਾਂ ਦੇ ਉੱਤੇ ਤਾਂ ਇਸ ਵੇਲੇ ਬੜਾ ਚੱਲ ਰਿਹਾ ਕੰਮ। ਤੁਹਾਨੂੰ ਪਤਾ ਹੈ ਸਾਰੀਆਂ ਦੇ ਜਿਹੜੀਆਂ ਅਲੀਮ ਖਾਨ ਸਾਹਿਬ ਦੀ ਸੁਸਾਇਟੀ, ਦੂਜੀਆਂ ਸੁਸਾਇਟੀਆਂ ਸਾਰਿਆਂ। ਲੇਕਿਨ ਜਦੋਂ ਇਹਦੀਆਂ ਅਪਰੂਵਲਾਂ ਦੇ ਰਹੇ ਸੋ, ਇਕੱਲੇ ਸੁਸਾਇਟੀ ਵਾਲੇ ਦਾ ਕਸੂਰ ਹੈ ਜਾਂ ਇਕੱਲਾ ਜਿਹਨੇ ਜਗ੍ਹਾ ਖਰੀਦੀ ਉਹਦਾ ਕਸੂਰ ਹੈ? ਜਦੋਂ ਅਪਰੂਵਲ ਦੇ ਰਹੇ ਸੋ ਉਦੋਂ ਤੁਹਾਨੂੰ ਨਹੀਂ ਸੀ ਪਤਾ ਵੀ ਇਹ ਸਭ ਕੁਝ ਕੀ ਹੋਣ ਡਿਆ। ਤੇ ਇਹ ਬਹਰਹਾਲ ਉਹ ਹੁਣ ਫਸ ਗਏ ਨੇ ਸਾਰੇ। ਜਿਹੜੇ ਉੱਥੇ ਜਗ੍ਹਾ ਲੈਣ ਵਾਲੇ ਨੇ ਉਹ ਵੀ ਫਸੇ ਖੜੇ ਨੇ, ਜਿਹੜੇ ਉੱਥੇ ਅਪਰੂਵਲਾਂ ਦੇਣ ਵਾਲੇ ਨੇ ਉਹ ਵੀ ਫਸੇ ਖੜੇ ਨੇ। ਅੱਛਾ ਜੀ, ਅੱਗੋਂ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕੈਪਟਨ ਸਫਦਰ ਸਾਹਿਬ ਨੂੰ ਸ਼ਰਮਿੰਦਾ ਕੀਤਾ ਗਿਆ। ਸ਼ਰਮਿੰਦਾ ਕੀਤਾ ਹੈ ਕੌਮੀ ਅਸੈਂਬਲੀ ਦੇ ਵਿੱਚ। ਮੈਂ 5ਵੀਂ ਵਾਰੀ ਕਿ 6ਵੀਂ ਵਾਰੀ ਇਲੈਕਸ਼ਨ ਲੜਾ। ਮੱਦਾ ਖੇਲ ਪੋਲਿੰਗ ਸਟੇਸ਼ਨ ਦੇ ਉੱਤੇ ਮੇਰੇ 0 ਵੋਟ ਸਨ ਤੇ ਇੱਕ ਮੈਂਬਰ ਕੌਮੀ ਅਸੈਂਬਲੀ ਦੱਸਦੇ ਨੇ ਸ਼ਹਿਜ਼ਾਦਾ ਗਸਤਾਸਬ ਦੇ 661 ਵੋਟ ਸਨ ਤੇ ਨਵਾਜ਼ ਸ਼ਰੀਫ ਦੇ ਉੱਥੋਂ ਪੂਰੇ 5 ਵੋਟ ਸਨ। ਇਹ ਉਹੀ ਸ਼ਖਸੀਅਤ ਜਿਨ੍ਹਾਂ ਨੇ ਮਾਨਸੇਰਾ ਤੋਂ ਇਲੈਕਸ਼ਨ ਲੜਿਆ, ਕਿਉਂਕਿ ਕੈਪਟਨ ਸਾਹਿਬ ਕੱਲ੍ਹ ਪਰਸੋਂ ਹੀ ਆਖ ਰਹੇ ਸਨ ਕਿ ਮਾਨਸੇਰਾ ਦੇ ਵਿੱਚੋਂ ਲੋਕਾਂ ਨੇ ਤਾਂ ਨਵਾਜ਼ ਸ਼ਰੀਫ ਨੂੰ ਵੋਟ ਦਿੱਤੇ ਪਰ ਵੋਟ ਗਿਣੇ ਗਲਤ ਗਏ। ਇੱਕ ਹੋਰ ਮੈਂਬਰ ਪਾਰਲੀਮੈਂਟ ਉਹ ਦੱਸ ਰਹੇ ਨੇ ਕਿ ਮੈਂ 6 ਵਾਰੀ ਇਲੈਕਸ਼ਨ ਲੜਿਆ ਤੇ ਉੱਥੋਂ ਸ਼ਹਿਜ਼ਾਦਾ ਗਸਤਾਸਬ ਸਾਹਿਬ ਦੇ 661 ਵੋਟ ਸਨ ਤੇ ਮੇਰੇ ਵੋਟ 0 ਸਨ
ਤੇ ਉਥੋਂ ਨਵਾਜ਼ ਸ਼ਰੀਫ ਸਾਹਿਬ ਨੇ ਪੂਰੇ 5 ਵੋਟ ਲਏ ਨੇ। ਜਦੋਂ ਇਹ ਗੱਲ ਕਰਨ ਡਏ ਸਨ ਤੇ ਲਾਗੇ ਉਹਨਾਂ ਨੇ ਖਿੱਚ ਕੇ ਕੈਪਟਨ ਸਫਦਰ ਸਾਹਿਬ ਨੂੰ ਵੀ ਅੱਗੇ ਕਰਤਾ। ਜੇ ਬਾਜੀ ਹੁੰਦੀ ਤਾਂ ਝੂਠ ਮਾਰਦੀ। ਕੈਪਟਨ ਸਾਹਿਬ ਤੁਹਾਨੂੰ ਪਤਾ ਵੀ ਸੱਚ ਬੋਲਦੇ ਨੇ, ਉਹ ਵਿਚਾਰੇ ਸ਼ਰਮਿੰਦਾ ਹੋ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਇਹ ਮੇਰੀ ਗੱਲ ਜਿਹੜੀ ਹੈ ਉਹ ਦੂਰ ਅੱਪੜ ਨਹੀਂ ਰਹੀ, ਮੈਂ ਇੱਥੇ ਹੀ, ਮੇਰਾ ਮਤਲਬ ਹੈ ਕਿ ਇੱਥੇ ਹੀ ਗੱਲ ਮੁਕਾ ਦਿਆਂ ਤੇ ਚੰਗਾ। ਅੱਛਾ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।